ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿੱਦਾਂ ਸਾਰੇ? ਮੈਨੂੰ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਤੇ ਬਹੁਤ ਵਧੀਆ ਤਰੀਕੇ ਦੇ ਨਾਲ ਪੜ੍ਹਾਈ ਵੀ ਕਰ ਰਹੇ ਹੋਵੋਗੇ। ਅਤੇ ਅੱਜ ਅਸੀਂ ਕਰਨ ਜਾ ਰਹੇ ਹਾਂ ਮਕੈਨੀਕਲ ਪ੍ਰੋਪਰਟੀਜ਼ ਆਫ ਸੋਲਿਡ। ਇਹ ਚੈਪਟਰ ਯੂਨਿਟ 7 ਹੈ ਜੋ ਸਾਡੀ ਬਲਕ ਪ੍ਰੋਪਰਟੀਜ਼ ਆਫ ਮੈਟਰ ਦੇ ਅੰਦਰ ਹੀ ਆਉਂਦਾ ਹੈ। ਇਸ ਯੂਨਿਟ ਦੇ ਵਿੱਚ ਆਪਣੇ ਕੋਲ ਮਕੈਨੀਕਲ ਪ੍ਰੋਪਰਟੀਜ਼ ਆਫ ਸੋਲਿਡ ਅਤੇ ਫਲੂਇਡ ਦੋ ਚੈਪਟਰਸ ਨੇ ਅਤੇ ਇਹਨਾਂ ਤੋਂ ਇਲਾਵਾ ਇੱਕ ਚੈਪਟਰ ਹੋਰ ਹੈ ਅਤੇ ਇਸ ਵੀਡੀਓ ਦੇ ਵਿੱਚ ਅਸੀਂ ਮਕੈਨੀਕਲ ਪ੍ਰੋਪਰਟੀਜ਼ ਆਫ ਸੋਲਿਡ ਚੈਪਟਰ ਕਰਾਂਗੇ। ਸੋ ਇਸ ਚੈਪਟਰ ਦੇ ਵਿੱਚ ਅਸੀਂ ਮੇਨ ਟੌਪਿਕ ਕਰਨੇ ਨੇ ਦੈਟ ਆਰ ਡਿਫੋਰਮਿੰਗ ਫੋਰਸ, ਰੀਸਟੋਰਿੰਗ ਫੋਰਸ, ਇਲਾਸਟਿਸਿਟੀ, perfectly elastic body and plastic body, stress, types of stress, strain, types of strain, Hooke's law, modulus of elasticity, Young's modulus, bulk modulus and shear strain। ਇਹ ਸਾਰੀਆਂ ਚੀਜ਼ਾਂ ਮੇਨ ਅਸੀਂ ਇਸ ਚੈਪਟਰ ਦੇ ਵਿੱਚ ਕਰਨੀਆਂ ਨੇ। ਸੋ ਲੈਟਸ ਬਿਗਿਨ। ਫਸਟ ਹੈਗਾ ਸਾਡੇ ਕੋਲ ਡਿਫੋਰਮਿੰਗ ਫੋਰਸ। ਡਿਫੋਰਮਿੰਗ ਫੋਰਸ ਕੀ ਹੈ? ਅ ਫੋਰਸ ਵਿਚ ਚੇਂਜਿਸ ਦ ਸਾਈਜ਼ ਔਰ ਸ਼ੇਪ ਆਫ ਅ ਬੋਡੀ ਇਜ਼ ਕਾਲਡ ਡਿਫੋਰਮਿੰਗ ਫੋਰਸ। ਮਤਲਬ ਜੋ ਕੋਈ ਵੀ ਫੋਰਸ ਕਿਸੇ ਵੀ ਬੋਡੀ ਦੀ ਸ਼ੇਪ ਜਾਂ ਉਸਦੀ ਸਾਈਜ਼ ਚੇਂਜ ਕਰ ਦਿੰਦੀ ਆ ਦੈਟ ਇਜ਼ ਕਾਲਡ ਡੀਫੋਰਮਿੰਗ ਫੋਰਸ। ਮਤਲਬ ਅਗਰ ਅਸੀਂ ਫੋਰਸ ਅਪਲਾਈ ਕੀਤੀ ਅਤੇ ਉਹ ਜਿਹੜੇ ਓਬਜੈਕਟ 'ਤੇ ਅਸੀਂ ਫੋਰਸ ਅਪਲਾਈ ਕਰਦੇ ਹਾਂ ਉਸਦੀ ਸ਼ੇਪ ਚੇਂਜ ਹੋ ਗਈ। ਜਿਵੇਂ ਰਬਰ ਬੈਂਡ ਨੂੰ ਅਗਰ ਅਸੀਂ ਸਟਰੈਚ ਕੀਤਾ ਅਤੇ ਉਹਦੀ ਸ਼ੇਪ ਚੇਂਜ ਹੋਈ, ਆਪਾਂ ਫੋਰਸ ਅਪਲਾਈ ਕੀਤੀ ਅਤੇ ਦੈਟ ਫੋਰਸ ਇਜ਼ ਕਾਲਡ ਡੀਫੋਰਮਿੰਗ ਫੋਰਸ। ਹਾਂ, ਐਵੇਂ ਹੋ ਸਕਦਾ ਕਿ ਕਈ ਵਾਰ ਅਸੀਂ ਫੋਰਸ ਅਪਲਾਈ ਕਰੀਏ ਬਟ ਉਹ ਜੋ ਓਬਜੈਕਟ ਹੈ ਜਿਹਦੇ 'ਤੇ ਫੋਰਸ ਅਪਲਾਈ ਹੋ ਰਹੀ ਹੈ ਉਹਦੀ ਸਾਈਜ਼ ਜਾਂ ਸ਼ੇਪ 'ਚ ਕੋਈ ਚੇਂਜ ਨਾ ਹੋਵੇ ਬਟ ਦ ਫੋਰਸ ਤਾਂ ਡਿਫੋਰਮਿੰਗ ਫੋਰਸ ਹੀ ਰਹੇਗੀ। ਫਿਰ ਸਾਡੇ ਕੋਲ ਹੈ ਰੀਸਟੋਰਿੰਗ ਫੋਰਸ। ਰੀਸਟੋਰਿੰਗ ਫੋਰਸ ਹੁੰਦੀ ਹੈ ਕਿ ਜੋ ਓਬਜੈਕਟ ਸਾਡੀ ਡਿਫੋਰਮਿੰਗ ਫੋਰਸ ਨੂੰ ਅਪੋਜ਼ ਕਰਨ ਦੇ ਲਈ ਲਗਾਉਂਦਾ ਹੈ। ਜਿਵੇਂ ਇਹ ਓਬਜੈਕਟ ਹੈ, ਮੈਂ ਇਹਦੇ 'ਤੇ ਇੱਕ ਡੀਫੋਰਮਿੰਗ ਫੋਰਸ ਲਗਾਈ ਅਤੇ ਓਬਜੈਕਟ ਜੋ ਆਪਣੇ ਵੱਲੋਂ ਇੱਕ ਰੀਸਟੋਰਿੰਗ ਫੋਰਸ ਲਗਾਊਗਾ ਦੈਟ ਇਜ਼ ਰੀਸਟੋਰਿੰਗ ਫੋਰਸ। ਮੰਨ ਕੇ ਚਲੋ ਇਹ ਰਬੜ ਬੈਂਡ ਹੈ, ਠੀਕ ਹੈ ਜੀ। ਮੈਂ ਇਹਨੂੰ ਖਿੱਚਿਆ, ਮੈਂ ਇਹਨੂੰ ਸਟਰੈਚ ਕੀਤਾ, ਇੱਕ ਫੋਰਸ ਇੱਧਰੋਂ ਲੱਗੀ, ਇੱਕ ਫੋਰਸ ਇੱਧਰੋਂ, ਕਿਉਂਕਿ ਦੋ ਸਾਈਡਸ ਤੋਂ ਖਿੱਚਾਂਗੇ ਅਤੇ ਇੱਕ ਓਬਜੈਕਟ ਵੀ ਆਪਣੇ ਵੱਲੋਂ ਇੱਕ ਰੀਸਟੋਰਿੰਗ ਫੋਰਸ ਲਗਾਏਗਾ ਜਿਹਦੇ ਨਾਲ ਉਹ ਆਪਣੇ ਆਪ ਮਤਲਬ ਆਪੋਜ਼ਿਟ ਡਾਇਰੈਕਸ਼ਨ 'ਚ ਲਗਾਏਗਾ ਜਿਹਦੇ ਨਾਲ ਉਹ ਆਪਣੀ ਸ਼ੇਪ ਦੇ ਵਿੱਚ ਵਾਪਸ ਆ ਸਕੇ। ਉਹ ਹੈਗੀ ਹੈ ਸਾਡੇ ਕੋਲ ਰੀਸਟੋਰਿੰਗ ਫੋਰਸ। ਫਿਰ ਹੈਗਾ ਸਾਡੇ ਕੋਲ ਇਲਾਸਟਿਸਿਟੀ। ਇਲਾਸਟਿਸਿਟੀ ਕੀ ਹੈ? ਕਹਿੰਦੇ ਇਫ ਅ ਬੋਡੀ ਰਿਗੇਨ ਇਟਸ ਓਰੀਜਨਲ ਸਾਈਜ਼ ਐਂਡ ਸ਼ੇਪ ਆਫਟਰ ਦ ਰਿਮੂਵਲ ਆਫ ਡਿਫੋਰਮਿੰਗ ਫੋਰਸ ਇਟ ਇਜ਼ ਸੇਡ ਟੂ ਬੀ ਇਲਾਸਟਿਕ ਬੋਡੀ ਐਂਡ ਦਿਸ ਪ੍ਰੋਪਰਟੀ ਇਜ਼ ਕਾਲਡ ਇਲਾਸਟਿਸਿਟੀ। ਮਤਲਬ ਜਦੋਂ ਅਸੀਂ ਕਿਸੇ ਵੀ ਓਬਜੈਕਟ 'ਤੇ ਫੋਰਸ ਅਪਲਾਈ ਕਰਦੇ ਹਾਂ ਅਤੇ ਅਗਰ ਉਸ ਫੋਰਸ ਨੂੰ ਹਟਾਉਣ ਤੋਂ ਬਾਅਦ ਉਹ ਓਬਜੈਕਟ ਵਾਪਸ ਆਪਣੀ ਓਰੀਜਨਲ ਸਾਈਜ਼ ਜਾਂ ਸ਼ੇਪ 'ਚ ਆ ਜਾਂਦਾ ਹੈ ਅਤੇ ਉਸ ਪ੍ਰੋਪਰਟੀ ਨੂੰ ਅਸੀਂ ਬੋਲਦੇ ਹਾਂ ਇਲਾਸਟਿਸਿਟੀ। ਹੁਣ ਜੋ ਓਬਜੈਕਟ ਆਪਣੀ ਪ੍ਰੋਪਰਟੀ ਦੇ ਵਿੱਚ ਜਾਂ ਆਪਣੀ ਸ਼ੇਪ ਦੇ ਵਿੱਚ ਵਾਪਸ ਆ ਜਾਂਦਾ ਹੈ ਉਹਨੂੰ ਅਸੀਂ ਬੋਲਦੇ ਹਾਂ ਪਰਫੈਕਟਲੀ ਇਲਾਸਟਿਕ ਬੋਡੀ। ਅਤੇ ਜੋ ਨਹੀਂ ਆ ਪਾਉਂਦਾ ਓਬਜੈਕਟ, ਮੰਨ ਲਓ ਆਪਾਂ ਕਿਸੇ ਵੀ ਚੀਜ਼ ਨੂੰ ਸਟਰੈਚ ਕੀਤਾ, ਉਹ ਵਾਪਸ ਆਪਣੀ ਸ਼ੇਪ 'ਚ ਨਹੀਂ ਆ ਪਾਇਆ ਅਤੇ ਦੈਟ ਇਜ਼ ਕਾਲਡ ਪਰਫੈਕਟਲੀ ਪਲਾਸਟਿਕ ਬੋਡੀ। ਠੀਕ ਹੈ ਜੀ। ਉਸ ਤੋਂ ਬਾਅਦ ਹੈਗਾ ਸਾਡੇ ਕੋਲ ਸਟਰੈਸ। ਦੇਖੋ ਜੋ ਸਟਰੈਸ ਹੈ, ਸਟਰੈਸ ਕੀ ਹੁੰਦਾ ਹੈ? ਅਪਲਾਈਡ ਫੋਰਸ ਅਪੋਨ ਏਰੀਆ। ਮਤਲਬ ਸਟਰੈਸ ਦਾ ਫਾਰਮੂਲਾ ਕੀ ਹੁੰਦਾ ਹੈ? ਫੋਰਸ ਅਪੋਨ ਏਰੀਆ। ਬਸ ਇਹੀ ਇਹਨਾਂ ਦੀ ਡੈਫੀਨੇਸ਼ਨ ਹੁੰਦੀ ਹੈ। ਕਹਿੰਦੇ ਦ ਇੰਟਰਨਲ ਰੀਸਟੋਰਿੰਗ ਫੋਰਸ ਸੈਟ ਅਪ ਪਰ ਯੂਨਿਟ ਏਰੀਆ ਆਫ ਕ੍ਰੋਸ ਸੈਕਸ਼ਨ ਆਫ ਦ ਡਿਫੋਰਮਿੰਗ ਬੋਡੀ ਇਜ਼ ਕਾਲਡ ਸਟਰੈਸ। ਦੇਖੋ ਜੋ ਸਟਰੈਸ ਹੈ ਇਹ ਬਿਲਕੁਲ ਪ੍ਰੈਸ਼ਰ ਦੀ ਤਰ੍ਹਾਂ ਹੀ ਹੈ, ਬਸ ਹਜੇ ਇਸਨੂੰ ਥੋੜ੍ਹਾ ਡਿਫਰੈਂਟ ਜਿਹਾ ਕਰਕੇ ਆਪਾਂ ਪੜ੍ਹਨਾ ਹੈ। ਉਂਝ ਰਿਲੇਟੇਬਲ ਬਿਲਕੁਲ ਪ੍ਰੈਸ਼ਰ ਦੀ ਤਰ੍ਹਾਂ, ਇਹਦਾ ਫਾਰਮੂਲਾ ਪ੍ਰੈਸ਼ਰ ਨਾਲ ਦਾ ਹੈ, ਇਸ ਦੀਆਂ ਯੂਨਿਟਸ, ਡਾਇਮੈਂਸ਼ਨ ਸਭ ਕੁਛ ਪ੍ਰੈਸ਼ਰ ਦੇ ਅਕੋਰਡਿੰਗ ਹੀ ਹੈ। ਸਟਰੈਸ ਕੀ ਹੈ? ਕਹਿੰਦੇ ਜੋ ਵੀ ਇੰਟਰਨਲ ਫੋਰਸ ਓਬਜੈਕਟ ਅਪਲਾਈ ਕਰਦਾ ਰੀਸਟੋਰਿੰਗ ਫੋਰਸ ਅਤੇ ਉਹ ਕਹਿੰਦੇ ਕਿੰਨੇ ਏਰੀਆ ਦੇ ਪਰ ਯੂਨਿਟ ਏਰੀਆ 'ਚ ਕਿੰਨੇ ਲੱਗਦੀ ਪਈ ਹੈ ਉਹਨੂੰ ਆਪਾਂ ਕੀ ਬੋਲਦੇ ਹਾਂ? ਸਟਰੈਸ। ਮਤਲਬ ਕੀ ਹੈ? ਫੋਰਸ ਅਪੋਨ ਏਰੀਆ। ਕਿੰਨੀ ਫੋਰਸ, ਰੀਸਟੋਰਿੰਗ ਫੋਰਸ ਉਹਨੇ ਕਿੰਨੇ ਯੂਨਿਟ ਏਰੀਆ 'ਚ ਅਪਲਾਈ ਕੀਤੀ। ਇਸ ਦੀ ਯੂਨਿਟ ਹੈਗੀ ਹੈ ਸਾਡੇ ਕੋਲ ਨਿਊਟਨ ਮੀਟਰ ਸਕੇਅਰ ਇਨਵਰਸ ਅਤੇ CGS ਸਿਸਟਮ ਦੇ ਵਿੱਚ ਹੈਗੀ ਹੈ ਡਾਇਨ ਸੈਂਟੀਮੀਟਰ ਸਕੇਅਰ ਇਨਵਰਸ। ਡਾਇਮੈਂਸ਼ਨਲ ਫਾਰਮੂਲਾ ਹੈ ਇਸਦਾ ML-1T-2। ਪਹਿਲਾਂ ਅਸੀਂ ਫੋਰਸ ਦੇ ਡਾਇਮੈਂਸ਼ਨਸ ਲਿਖਤੇ, ਫਿਰ ਅਸੀਂ ਏਰੀਆ ਦੇ ਡਾਇਮੈਂਸ਼ਨਸ ਲਿਖਤੇ। ਉਸ ਤੋਂ ਬਾਅਦ ਅਸੀਂ ਕਰਨਾ ਟਾਈਪਸ ਆਫ ਸਟਰੈਸ। ਹੁਣ ਦੇਖੋ ਇਹ ਸਾਰੇ ਕੀ ਨੇ? ਸਟਰੈਸ ਨੇ। ਇਹਨਾਂ ਸਭ ਦਾ ਫਾਰਮੂਲਾ ਤੇ F/A ਹੀ ਰਹੇਗਾ। ਬਸ ਅਗਰ ਆਪਾਂ ਸਟਰੈਸ ਨੂੰ ਕਿਤੇ ਕਿਸੇ ਤਰੀਕੇ ਦੇ ਨਾਲ ਯੂਜ਼ ਕਰਦੇ ਹਾਂ, ਕਦੀ ਅਸੀਂ ਕਿਸੇ ਤਰੀਕੇ ਦੇ ਨਾਲ ਯੂਜ਼ ਕਰਦੇ ਹਾਂ, ਬਸ ਉਹੀ ਅਸੀਂ ਇੱਥੇ ਉਹਨਾਂ ਦੇ ਨਾਮ ਚੇਂਜ ਕਰਤੇ ਬਟ ਫਾਰਮੂਲਾ ਸਭ ਦਾ ਫੋਰਸ ਅਪੋਨ ਏਰੀਆ ਹੀ ਰਹੇਗਾ।
ਸਭ ਤੋਂ ਪਹਿਲਾਂ ਹੈਗਾ ਸਾਡੇ ਕੋਲ ਟੈਂਸਾਈਲ ਸਟ੍ਰੈਸ। ਟੈਂਸਾਈਲ ਸਟ੍ਰੈਸ ਉਹ ਸਟ੍ਰੈਸ ਹੈ ਕਹਿੰਦੇ ਇਟ ਇਜ਼ ਦ ਰਿਸਟੋਰਿੰਗ ਫੋਰਸ ਸੈਟ ਅਪ ਪਰ ਯੂਨਿਟ ਕ੍ਰੋਸ ਸੈਕਸ਼ਨ ਏਰੀਆ ਆਫ ਦ ਬੋਡੀ ਵੈਨ ਦ ਲੈਂਥ ਆਫ ਦ ਬੋਡੀ ਇਜ਼ ਇਨਕਰੀਜ਼ ਇਨ ਦ ਡਾਇਰੈਕਸ਼ਨ ਆਫ ਦ ਡੀਫਾਰਮਿੰਗ ਫੋਰਸ। ਇਟ ਇਜ਼ ਆਲਸੋ ਨੋਨ ਐਜ਼ ਲੌਂਗੀਟਿਊਡਨਲ ਸਟ੍ਰੈਸ। ਦੇਖੋ ਟੈਂਸਾਈਲ ਸਟ੍ਰੈਸ ਨੂੰ ਆਪਾਂ ਲੌਂਗੀਟਿਊਡਨਲ ਸਟ੍ਰੈਸ ਵੀ ਕਹਿੰਦੇ ਆ, ਅਤੇ ਜਦੋਂ ਆਪਾਂ ਉਹ ਸਟ੍ਰੈਸ ਅਪਲਾਈ ਕਰਕੇ ਉਹ ਫੋਰਸ ਅਪਲਾਈ ਕਰਕੇ ਉਸਦੀ ਲੈਂਥ ਦੇ ਵਿੱਚ ਚੇਂਜ ਲਿਆਉਂਦੇ ਆ ਉਸ ਨੂੰ ਅਸੀਂ ਬੋਲਦੇ ਹਾਂ ਟੈਂਸਾਈਲ ਸਟ੍ਰੈਸ ਜਾਂ ਫਿਰ ਲੌਂਗੀਟਿਊਡਨਲ ਸਟ੍ਰੈਸ, ਜਦੋਂ ਉਹਦੇ ਵਿੱਚ ਉਸਦੀ ਲੈਂਥ 'ਚ ਚੇਂਜ ਆਉਂਦਾ। ਫਿਰ ਹੈਗਾ ਕੰਪਰੈਸ਼ਨਲ ਸਟ੍ਰੈਸ। ਕਹਿੰਦੇ ਇਟ ਇਜ਼ ਦ ਰਿਸਟੋਰਿੰਗ ਫੋਰਸ ਸੈਟ ਅਪ ਪਰ ਯੂਨਿਟ ਕ੍ਰੋਸ ਸੈਕਸ਼ਨ ਏਰੀਆ ਆਫ ਅ ਬੋਡੀ ਵੈਨ ਇਟਸ ਲੈਂਥ ਡਿਕਰੀਜ਼ਸ। ਦੇਖੋ ਮੰਨ ਕੇ ਚੱਲੋ ਇੱਥੇ ਕੋਈ ਆਪਣੇ ਕੋਲ ਆਬਜੈਕਟ ਹੈ, ਕੋਈ ਸੋਫਾ ਹੈ, ਅਸੀਂ ਇਸ 'ਤੇ ਫੋਰਸ ਅਪਲਾਈ ਕੀਤੀ, ਇਹ ਦੱਬ ਕੇ ਇੱਥੇ ਹੋ ਗਿਆ, ਠੀਕ ਹੈ। ਆਪਾਂ ਕੀ ਕੀਤਾ, ਇਸ ਨੂੰ ਕੰਪਰੈਸ ਕੀਤਾ, ਅਤੇ ਇਹ ਜਿਹੜੀ ਫੋਰਸ ਅਪਲਾਈ ਹੋਈ ਪਰ ਯੂਨਿਟ ਏਰੀਆ ਉਹ ਕਿਹੜੀ ਹੋਏਗੀ ਸਾਡੇ ਕੋਲ ਕੰਪਰੈਸ਼ਨਲ ਸਟ੍ਰੈਸ ਹੋਏਗਾ, ਠੀਕ ਹੈ ਜੀ। ਹਾਂਜੀ ਅੱਗੇ ਹੈਗਾ ਸਾਡੇ ਕੋਲ ਹਾਈਡਰੋਸਟੈਟਿਕ ਸਟ੍ਰੈਸ। ਦੇਖੋ ਹਾਈਡਰੋਸਟੈਟਿਕ ਸਟ੍ਰੈਸ ਕੀ ਹੁੰਦਾ ਹੈ, ਸਟੈਟਿਕ ਦਾ ਮਤਲਬ ਕੀ ਹੁੰਦਾ ਹੈ ਯੂਨੀਫਾਰਮ, ਜਾਂ ਜਿਵੇਂ ਕੋਈ ਚੀਜ਼ ਮੂਵ ਨਹੀਂ ਕਰਦੀ, ਰੈਸਟ 'ਤੇ ਹੈ, ਠੀਕ ਹੈ। ਹੁਣ ਇਹਦੇ ਵਿੱਚ ਕਹਿੰਦੇ ਅਗਰ ਕਿਸੇ ਵੀ ਬੋਡੀ 'ਤੇ ਆਪਾਂ ਯੂਨੀਫਾਰਮ ਫੋਰਸ ਅਪਲਾਈ ਕਰੀਏ ਸਾਰੇ ਹੀ ਸਾਈਡਸ ਤੋਂ, ਅਤੇ ਉਸ ਨੂੰ ਆਪਾਂ ਕੀ ਬੋਲਦੇ ਹਾਂ ਹਾਈਡਰੋਸਟੈਟਿਕ ਸਟ੍ਰੈਸ। ਦੇਖੋ ਮੰਨ ਲਓ ਕੋਈ ਬਾਕਸ ਹੈ ਮੇਰੇ ਕੋਲ, ਮੈਂ ਇੱਧਰੋਂ ਵੀ ਓਨੀ ਹੀ ਫੋਰਸ 10 ਨਿਊਟਨ ਅਪਲਾਈ ਕੀਤੀ, ਫੋਰ ਐਗਜ਼ਾਮਪਲ 10 ਨਿਊਟਨ ਇੱਧਰੋਂ, 10 ਨਿਊਟਨ ਇੱਧਰੋਂ, 10 ਨਿਊਟਨ ਇੱਧਰੋਂ। ਹੁਣ ਇਹ ਇਕੁਅਲ ਐਂਡ ਆਪੋਜ਼ਿਟ ਫੋਰਸਿਸ ਆਪਸ 'ਚ ਕੈਂਸਲ ਹੋ ਗਈਆਂ, ਮਤਲਬ ਓਵਰਆਲ ਇਹ ਬੋਡੀ ਰੈਸਟ 'ਤੇ ਹੈ, ਕੋਈ ਇਹਦੇ ਵਿੱਚ ਮੋਸ਼ਨ ਨਹੀਂ ਆਇਆ, ਕੋਈ ਚੇਂਜ ਨਹੀਂ ਆਇਆ, ਕੋਈ ਸ਼ੇਪ 'ਚ ਚੇਂਜ ਨਹੀਂ ਆਇਆ, ਅਤੇ ਇਸ ਨੂੰ ਅਸੀਂ ਕੀ ਬੋਲਦੇ ਹਾਂ ਹਾਈਡਰੋਸਟੈਟਿਕ ਸਟ੍ਰੈਸ, ਠੀਕ ਹੈ ਜੀ। ਫਿਰ ਹੈਗਾ ਟੈਂਜੈਂਸ਼ੀਅਲ ਔਰ ਸ਼ੀਅਰਿੰਗ ਸਟ੍ਰੈਸ। ਦੇਖੋ ਟੈਂਜੈਂਸ਼ੀਅਲ ਮਤਲਬ ਟੇਂਜੈਂਟਲੀ ਉਹ ਕੰਮ ਕਰ ਰਿਹਾ। ਫੋਰ ਐਗਜ਼ਾਮਪਲ ਇਹ ਬਾਕਸ ਹੈ, ਮੈਂ ਇੱਥੇ ਫੋਰਸ ਅਪਲਾਈ ਕੀਤੀ, ਅਤੇ ਜਦੋਂ ਮੈਨੇ ਫੋਰਸ ਅਪਲਾਈ ਕੀਤੀ ਇਹ ਥੋੜ੍ਹਾ ਜਿਹਾ ਕੀ ਹੋ ਗਿਆ ਮੇਰੇ ਕੋਲੋਂ ਇੱਥੋਂ ਟੇਢਾ ਹੋ ਗਿਆ, ਠੀਕ ਹੈ ਜੀ। ਇਸ ਤਰੀਕੇ ਦੇ ਨਾਲ ਇਹ ਆਪਣੇ ਕੋਲ ਬਣ ਗਿਆ। ਜਦੋਂ ਕੋਈ ਵੀ ਆਬਜੈਕਟ ਫੋਰਸ ਅਪਲਾਈ ਕਰਨ ਦੇ ਨਾਲ ਟੇਢ ਹੋ ਜਾਂਦਾ, ਟੇਢਾ ਹੋ ਜਾਂਦਾ, ਉਹਨੂੰ ਅਸੀਂ ਕੀ ਬੋਲਦੇ ਹਾਂ ਟੈਂਜੈਂਸ਼ੀਅਲ ਔਰ ਸ਼ੀਅਰਿੰਗ ਸਟ੍ਰੈਸ। ਕਹਿੰਦੇ ਵੈਨ ਡਿਫਾਰਮਿੰਗ ਫੋਰਸ ਐਕਟ ਟੈਂਜੈਂਸ਼ੀਅਲੀ ਟੂ ਦ ਸਰਫੇਸ ਆਫ ਅ ਬੋਡੀ, ਟੈਂਜੈਂਸ਼ੀਅਲੀ ਐਕਟ ਕਰਦਾ, ਜਿਵੇਂ ਮੈਂ ਦੱਸਿਆ ਕਿ ਇਹ ਆਪਣੇ ਕੋਲ ਕੋਈ ਬਾਕਸ ਹੈ, ਮੈਂ ਉੱਪਰ ਫੋਰਸ ਅਪਲਾਈ ਕੀਤੀ ਅਤੇ ਇਹ ਥੋੜ੍ਹਾ ਜਿਹਾ ਇੱਥੋਂ ਉੱਪਰੋਂ ਟੇਢਾ ਹੋ ਗਿਆ, ਇਸ ਤਰੀਕੇ ਨਾਲ ਹੋ ਗਿਆ, ਅਤੇ ਕੀ ਹੋਏਗਾ ਸਾਡੇ ਕੋਲ ਇਹ ਕਿਹੜੀ ਫੋਰਸ ਅਪਲਾਈ ਹੋਈ ਸਾਡੇ ਕੋਲ ਟੈਂਜੈਂਸ਼ੀਅਲ, ਠੀਕ ਹੈ ਜੀ। ਇਟ ਪ੍ਰੋਡਿਊਸਿਸ ਅ ਚੇਂਜ ਇਨ ਦ ਸ਼ੇਪ ਆਫ ਦ ਬੋਡੀ, ਦ ਟੈਂਜੈਂਸ਼ੀਅਲ ਫੋਰਸ ਅਪਲਾਈਡ ਪਰ ਯੂਨਿਟ ਏਰੀਆ ਇਜ਼ ਇਕੁਅਲ ਟੂ ਦ ਟੈਂਜੈਂਸ਼ੀਅਲ ਸਟ੍ਰੈਸ। ਕਿ ਜਿੰਨਾ ਅਸੀਂ ਫੋਰਸ ਅਪਲਾਈ ਕੀਤੀ ਪਰ ਯੂਨਿਟ ਏਰੀਆ ਉਹਨੂੰ ਅਸੀਂ ਕੀ ਬੋਲਦੇ ਹਾਂ ਟੈਂਜੈਂਸ਼ੀਅਲ ਸਟ੍ਰੈਸ ਬੋਲਦੇ ਹਾਂ, ਠੀਕ ਹੈ ਜੀ। ਹੁਣ ਦੇਖੋ ਇਹਦੇ ਨਾਲ ਸਾਡਾ ਉੱਪਰ ਤੱਕ ਟਾਈਪਸ ਆਫ ਸਟ੍ਰੈਸ ਤੱਕ ਹੋ ਗਿਆ। ਹੁਣ ਆਪਾਂ ਕਰਨਾ ਹੈ ਜੀ ਸਟ੍ਰੇਨ ਐਂਡ ਟਾਈਪਸ ਆਫ ਸਟ੍ਰੇਨ। ਦੇਖੋ ਬਹੁਤ ਈਜ਼ੀ ਹੈ। ਸਟ੍ਰੇਨ ਕੀ ਹੈ, ਚੇਂਜ ਇਨ ਡਾਇਮੈਂਸ਼ਨ ਅਪੋਨ ਓਰੀਜਨਲ ਡਾਇਮੈਂਸ਼ਨ। ਦੇਖੋ ਆਪਾਂ ਫੋਰਸ ਅਪਲਾਈ ਕੀਤੀ, ਆਪਾਂ ਪ੍ਰੈਸ਼ਰ ਅਪਲਾਈ ਕੀਤਾ, ਮੇਨਲੀ ਸਟ੍ਰੈਸ ਦਾ ਮਤਲਬ ਹੀ ਪ੍ਰੈਸ਼ਰ ਹੁੰਦਾ ਹੈ, ਠੀਕ ਹੈ। ਬਸ ਇੱਥੇ ਆਪਾਂ ਥੋੜ੍ਹਾ ਜਿਹਾ ਡਿਫਰੈਂਟ ਕੀਤਾ। ਕਹਿੰਦੇ ਆਪਾਂ ਕਿਸੇ ਵੀ ਚੀਜ਼ 'ਤੇ ਸਟ੍ਰੇਨ ਅਪਲਾਈ ਕੀਤੀ, ਪ੍ਰੈਸ਼ਰ ਅਪਲਾਈ ਕੀਤਾ, ਤਾਂ ਦੇਖੋ ਉਹ ਕੀ ਹੋਏਗਾ, ਕੋਈ ਨਾ ਕੋਈ ਉੱਤੇ ਵਰਕ ਹੋਏਗਾ, ਪਹਿਲਾਂ ਨਾਲੋਂ ਥੋੜ੍ਹਾ ਚੇਂਜ ਹੋਏਗਾ। ਮੰਨ ਕੇ ਚੱਲੋ ਕਿ ਅਗਰ ਮੈਂ ਤੁਹਾਨੂੰ ਕਹਾਂ ਕਿ ਕੋਈ ਮੇਰੇ ਕੋਲ ਕੋਈ ਵੀ ਚੀਜ਼ ਹੈ, ਮੰਨ ਲਓ, ਠੀਕ ਹੈ, ਕੋਈ ਬਾਕਸ ਹੈ ਜਾਂ ਕੁਛ ਵੀ ਹੈ, ਪਹਿਲਾਂ ਇਹਦੀ ਹਾਈਟ ਹੈਗੀ ਸੀ 10 ਮੀਟਰ, ਠੀਕ ਹੈ। ਮੈਂ ਡਿਫਾਰਮਿੰਗ ਫੋਰਸ ਅਪਲਾਈ ਕੀਤੀ, ਮੈਂ ਸਟ੍ਰੈਸ ਅਪਲਾਈ ਕੀਤਾ, ਅਤੇ ਹੁਣ ਇਹਦੀ ਫੋਰਸ ਕਿੰਨੀ ਰਹਿ ਗਈ 8 ਮੀਟਰ ਰਹਿ ਗਈ, ਠੀਕ ਹੈ। ਹੁਣ ਆਪਾਂ ਕੀ ਕਰਨਾ, ਓਰੀਜਨਲ ਡਾਇਮੈਂਸ਼ਨ ਅਪੋਨ ਚੇਂਜ ਇਨ ਡਾਇਮੈਂਸ਼ਨ, ਕਿੰਨਾ ਚੇਂਜ ਆਇਆ ਅਪੋਨ ਓਰੀਜਨਲ, ਠੀਕ ਹੈ। ਇਹ ਆਪਣੇ ਕੋਲ ਸਟ੍ਰੇਨ ਆ ਜਾਏਗਾ ਕਿ ਓਨਾ ਵਰਕ ਕੀਤਾ ਗਿਆ। ਫਿਰ ਇਹ ਕੀ ਆ ਜਾਏਗਾ ਸਾਡੇ ਕੋਲ 2/10 ਵਿਚ ਵਿਲ ਬੀ 1/5, ਠੀਕ ਹੈ। ਸੋ 0.2, ਠੀਕ ਹੈ। ਮਤਲਬ ਇੰਨਾ ਵਰਕ ਡਨ ਹੋਇਆ ਜਾਂ ਇੰਨਾ ਸਟ੍ਰੇਨ ਪ੍ਰੋਡਿਊਸ ਹੋਇਆ, ਇੰਨਾ ਚੇਂਜ ਆਇਆ ਬੇਸਿਕਲੀ, ਠੀਕ ਹੈ। ਅਤੇ ਸਟ੍ਰੇਨ ਦੀਆਂ ਐਕਚੁਅਲ ਦੇ ਵਿੱਚ ਆਪਾਂ ਕਿਹਾ ਸੀ ਕਿ ਸਟ੍ਰੈਸ ਦੀਆਂ ਕੀ ਨੇ, ਪ੍ਰੈਸ਼ਰ ਦੇ ਨਾਲ ਦੇ ਯੂਨਿਟਸ ਨੇ ਜਾਂ ਉਹਦੇ ਨਾਲ ਦੇ ਡਾਇਮੈਂਸ਼ਨਸ ਨੇ। ਇਹਦੀ ਕੋਈ ਯੂਨਿਟ ਨਹੀਂ, ਕੋਈ ਡਾਇਮੈਂਸ਼ਨ ਨਹੀਂ ਹੈਗੀ, ਕਿਉਂਕਿ ਦੇਖੋ ਉੱਪਰ ਵੀ ਡਾਇਮੈਂਸ਼ਨ, ਨੀਚੇ ਵੀ ਡਾਇਮੈਂਸ਼ਨ, ਅਤੇ ਅਸੀਂ ਪੜ੍ਹਿਆ ਕਿ ਡਾਇਮੈਂਸ਼ਨ ਆਪਸ ਦੇ ਵਿੱਚ ਕੈਂਸਲ ਆਊਟ ਹੋ ਜਾਣਗੀਆਂ। ਦੇਖੋ ਅਗਰ ਮੀਟਰ ਹੈ, ਨੀਚੇ ਵੀ ਮੀਟਰ, ਉੱਪਰ ਮੰਨ ਲਓ 2 ਮੀਟਰ ਹੈ, ਨੀਚੇ 10 ਮੀਟਰ ਹੈ, ਕੋਈ ਵੀ ਐਗਜ਼ਾਮਪਲ ਜਸਟ, ਮੀਟਰ ਨਾਲ ਮੀਟਰ ਕੈਂਸਲ ਹੋ ਜਾਏਗਾ। ਸੋ ਇਹਦੀ ਕੋਈ ਡਾਇਮੈਂਸ਼ਨ ਨਹੀਂ ਆਏਗੀ, ਇਹਦੀ ਕੋਈ ਯੂਨਿਟ ਨਹੀਂ ਆਏਗੀ। ਸੋ ਦੈਟ ਇਜ਼ ਸਟ੍ਰੇਨ, ਠੀਕ ਹੈ। ਵੀ ਚੇਂਜ ਕਿੰਨਾ ਹੋਇਆ ਅਤੇ ਅਪੋਨ ਟੋਟਲ
ओरिजिनल डायमेंशन कितना सी, ठीक है। फिर हुण ये साडे कोल 3 टाइप्स दा, दैट इज़ लॉन्गीट्यूडनल स्ट्रेन, वॉल्यूमैट्रिक स्ट्रेन एंड शीयर स्ट्रेन। हुण सानूं नाम तो पता लग रहा, देखो जिहदे विच चेंज आउंदा लेंथ च, दैट इज़ कॉल्ड लॉन्गीट्यूडनल स्ट्रेन। वॉल्यूम च चेंज आया, दैट इज़ वॉल्यूमैट्रिक स्ट्रेन। शीयर हुण नहीं पढ़िया ना, टेंजेंशियल या शीयर, उन्होंने दोनों ही बोल सकते आपां, स्ट्रैस या स्ट्रेन, ठीक है। हुण स्ट्रेन दे विच कहंदे ने रिलेटिव डिसप्लेसमेंट बिटवीन 2 पैरेलल प्लेन्स, डिस्टेंस बिटवीन द पैरेलल प्लेन्स, मतलब कि देखो किन्नी डिसप्लेसमेंट आई दोनों प्लेन्स दे विच, ते एक्चुअल च उन्हां दे विच डिस्टेंस किन्ना, दैट इज़ कॉल्ड डेल्टा एल अपॉन एल। ये साडे कोल शीयर स्ट्रेन हुंदा है, ठीक है। जिवें आ बॉक्स सी, ठीक है, ये बॉक्स नूं इस तरीके दे नाल आ गया। हुण इन्हां दे विच डिस्टेंस किन्ना पैरेलल प्लेन्स दे विच, ठीक है, नीचे लिखांगे। न्यूमीनेटर ते असीं लिखांगे कि किन्नी डिसप्लेसमेंट हुई, आ डिसप्लेसमेंट हुई ना एक्स साडे कोल, दैट इज़ रिलेटिव डिसप्लेसमेंट, ठीक है। इत्थे साडे कोल एंगल थीटा बनेगा, ये साडे कोल पहलां वाली हाइट सी, सो ये की बन जाएगा साडे कोल, कहंदे मान के चलो ये एच है, तो ये की बन जाएगा एक्स अपॉन एच। सो देखो परपेंडिकुलर अपॉन बेस की हुंदा है टैन थीटा, सो इत्थे आपां थीटा किहड़ा लगा लांगे, टैन थीटा भी लगा लांगे, ठीक है। एक बार दोबारा समझानी मैं, देखो ये बॉक्स सी साडे कोल, आपां इस ते शीयर स्ट्रेन अप्लाई किया या स्ट्रैस अप्लाई किया, ठीक है, इत्थे आ गया। हुण देखो पैरेलल लाइनस दे विच मान के चलो भी डिस्टेंस किन्ना अपने कोल एच हाइट है, ठीक है। चेंज किन्ना आया, वाला चेंज किन्ना आया साडे कोल एक्स आया, है ना। हुण देखो आपां की पता करना है शीयर स्ट्रेन, ये इत्थे एंगल साडे कोल थीटा हुंदे, ट्रिग्नोमैट्री कर रहे हैं असीं इहदे विच। देखो हुण ओ डायग्राम रेज होगी, चलो प्रैक्टिस दोबारा बना लिए। एक्स एच हो गया, ये थीटा हो गया साडे कोल, है ना। हुण देखो अपन दे अकॉर्डिंग टू फॉर्मूला की है, चेंज कितना है, डिसप्लेसमेंट कितनी आई, एक्स अपॉन एच, ठीक है। यही आएगा ना शीयर स्ट्रेन, ठीक है, शीयर स्ट्रेन एक्स अपॉन एच आ गया। हुण देखो अगर असीं ट्रिग्नोमैट्री का फॉर्मूला लगाइए, सो एक्स परपेंडिकुलर है इस थीटा के अकॉर्डिंग, तो एच की है बेस है, सो परपेंडिकुलर अपॉन बेस काहदा फॉर्मूला हुंदा है, टैन थीटा का। सो आपां इत्थे टैन थीटा भी लिख सकते हैं भी जो शीयर स्ट्रेन है वो टैन थीटा के बराबर हुंदा है, विच इज़ एक्स अपॉन एच, ठीक है। जो मर्जी लिख लो, वो अपनी विश हैगी है, ठीक है। आ देखो इतना लिखा होया ना कि टैन थीटा के इक्वल है, ठीक है जी, इस तरीके दे नाल। उस तो बाद असी करना है हुक्स लॉ। देखो हुक्स लॉ की कहता है, इट स्टेट दैट विद इन द इलास्टिक लिमिट द स्ट्रैस इज डायरेक्टली प्रोपोर्शनल टू स्ट्रेन। देखो हुक्स लॉ ने की क्या, कहते स्ट्रैस की है डायरेक्टली प्रोपोर्शनल है स्ट्रेन दे। ये तो सानू उंज भी पता लग रहा, देखो आपां जिन्नी फोर्स अप्लाई करांगे उन्ना ही ज़्यादा वर्क होएगा, जे मैं थोड़ी फोर्स अप्लाई की थोड़ा है ना वर्क होएगा, ज़्यादा की ज़्यादा, ये तो सानू आप नू पता ही है, कॉमन सेंस है। तो बस हुक्स लॉ ने यही किया, हुक्स ने यही किया कि जिहड़ा स्ट्रैस है वो डायरेक्टली प्रोपोर्शनल है स्ट्रेन दे, जिन्ना तुसीं स्ट्रैस अप्लाई करोगे उन्नी ही स्ट्रेन होएगी तुहाडे कोल, उन्ना ही चेंज आऊगा, ठीक है। हुण जदों आपां प्रोपोर्शनैलिटी का साइन हटाया तो इत्थे इज इक्वल टू लगाया तो एक कॉन्सटेंट आ जाएगा नाल, तो जे आपां कॉन्सटेंट की वैल्यू कड्ढनी होए, कॉन्सटेंट नूं बाहर रख लिया, स्ट्रैस इधर मल्टीप्लाई चाहे नीचे आके इधर डिवाइड हो जाएगा। सो कॉन्सटेंट साडे कोल जो हुक्स लॉ का कॉन्सटेंट है उसका फॉर्मूला क्या आ गया, स्ट्रैस अपॉन स्ट्रेन। हुण ये जो कॉन्सटेंट है इनू आपां बोलते हैं मॉड्यूलस ऑफ इलास्टिसिटी। इलास्टिसिटी की हुंदी असीं पढ़िया, अपनी वापस शेप दे विच आ जांदा है ओह प्रॉपर्टी, है ना। इसनूं आपां मॉड्यूलस ऑफ इलास्टिसिटी या कोफिशिएंट ऑफ इलास्टिसिटी भी कहने आ। हुण देखो जो मॉड्यूलस ऑफ इलास्टिसिटी है एक कॉन्सटेंट वैल्यू है, सानू पता है, ठीक है। तो इहदे विच की ये 3 डिफरेंट टाइप्स दा है, ठीक है जी। पहला है साडे कोल यंग्स मॉडुलस, फिर है बल्क मॉडुलस, ठीक है। हुण सब तो पहला है साडे कोल यंग्स मॉडुलस, तो थर्ड भी है मॉडुलस ऑफ रिजिडिटी या शीयर मॉडुलस। हुण देखो जो यंग मॉडुलस है इनू आपां वाई दे नाल पहली गल डिनोट करते हैं, ठीक है। हुण देखो आपां की कीता, सानू पता है भी जो ये कॉन्सटेंट है, हैगा कॉन्सटेंट है अपना इलास्टिसिटी का जो आप पिछे कढ़िया स्ट्रैस अपॉन स्ट्रेन, तो इन्हों का फॉर्मूला चाहे तीनों ही ने, बल्क मॉडुलस हो गया, यंग मॉडुलस, मॉडुलस ऑफ रिजिडिटी, इन्हों का फॉर्मूला की रहेगा स्ट्रैस अपॉन स्ट्रेन,
ठीक है। यंग्स मॉडुलस की कहता है जो ਉਹਦੀ ਲੈਂਥ ਦੇ ਵਿੱਚ ਚੇਂਜ ਆਉਂਦਾ ਮਤਲਬ ਲੌਂਗੀਟਿਊਡਨਲ ਸਟ੍ਰੈਸ ਅਪੋਨ ਲੌਂਗੀਟਿਊਡਨਲ ਸਟ੍ਰੇਨ। ਇਹਦੇ 'ਚ ਜ਼ਿਆਦਾ ਕੋਈ ਡੈਰੀਵੇਸ਼ਨ ਨਹੀਂ ਹੈਗੀ, ਬਸ ਫਾਰਮੂਲਾ ਹੀ ਯਾਦ ਕਰਨਾ ਆਪਾਂ, ਲੌਂਗੀਟਿਊਡਨਲ ਸਟ੍ਰੈਸ ਅਪੋਨ ਲੌਂਗੀਟਿਊਡਨਲ ਸਟ੍ਰੇਨ। ਹੁਣ ਦੇਖੋ ਸਟ੍ਰੈਸ ਦਾ ਫਾਰਮੂਲਾ ਕੀ ਹੁੰਦਾ ਹੈ, ਪੜਿਆ ਜਿਹੜਾ ਮਰਜ਼ੀ ਸਟ੍ਰੈਸ ਹੈ, ਲੌਂਗੀਟਿਊਡਨਲ ਹੈ, ਵੋਲੀਮੈਟ੍ਰਿਕ ਹੈ, ਕੋਈ ਵੀ ਹੈ, ਸਟ੍ਰੈਸ ਦਾ ਫਾਰਮੂਲਾ ਹੁੰਦਾ ਫੋਰਸ ਅਪੋਨ ਏਰੀਆ, फोर्स अपॉन एरिया हो गया। अपॉन लॉन्गीट्यूडनल स्ट्रेन दा फॉर्मूला की है साडे कोल डेल्टा एल अपॉन एल। असीं हुणी पढ़िया सी कि जो चेंज आउंदा लैंथ च उहनूं आपां लॉन्गीट्यूडनल स्ट्रेन बोलते हैं। दैट इज़ लैंथ च चेंज आया ना, चेंज इन लैंथ अपॉन ओरिजिनल लैंथ मतलब डेल्टा एल कितना चेंज आया अपॉन एल। ठीक है जी। ਹੁਣ देखो इन्हां नूं जदों आपां मल्टीप्लाई किया सो ए एल उपर चला गया एफ अपॉन एल तो एफ इंटू एल नीचे की बच गया ए डेल्टा एल। ठीक है, ये साडे कोल फॉर्मूला है। तो जे आप इत्थे सर्कल की गल कर रहे हैं तो वह एरिया कितना हुंदा पाई आर स्केयर, तो ये जगह आप पाई आर स्केयर भी लिख सकते हैं। ठीक है जी, ये साडे कोल इत्थे दिता होया सानू यंग्स मॉडुलस की वैल्यू है साडे कोल। उस तो बाद देखो ये की है, आप पढ़ लिया भी स्ट्रेन की कोई यूनिट्स नहीं होंदियां क्योंकि स्ट्रेन की हुंदा है ओरिजिनल डायमेंशन है साडे कोल, ओरिजिनल डायमेंशन उपर की है चेंज इन डायमेंशन, है ना जी, चेंज इन डायमेंशन। हुण डायमेंशन नाल डायमेंशन कैंसल हो गया मतलब स्ट्रेन की अपने कोल कोई यूनिट नहीं, कोई डायमेंशन नहीं, ना कोई यूनिट है, तो आप स्ट्रैस दियां ही यूनिट्स इत्थे चलणगियां कॉन्सटेंट दे विच। फिर हैगा बल्क मॉडुलस। बल्क मॉडुलस की है कहते इट इज़ द रेशो ऑफ नॉर्मल स्ट्रैस अपॉन वॉल्यूमैट्रिक स्ट्रैस। मतलब नॉर्मल स्ट्रैस है उन्होंने डिवाइड करना है वॉल्यूमैट्रिक स्ट्रैस के नाल, के दे नाल आपां बी दे नाल भी किते डिनोट किया होया बट के दे नाल आपां इहनूं डिनोट करते हैं। हुण देखो स्ट्रैस का फॉर्मूला फिर वही फोर्स अपॉन एरिया। वॉल्यूमैट्रिक स्ट्रेन है तो मतलब की है डेल्टा वी डिवाइडेड बाय वी। देखो इत्थे पढ़िया सी साढ़े को लॉन्गीट्यूडनल स्ट्रेन हो गया जो पिछले यंग मॉडुलस यूज़ किया है, वॉल्यूमैट्रिक स्ट्रेन हो गया डेल्टा वी अपॉन वी। देखो हुण उन्होंने की किया, दोनों को डिवाइड कर लिया, फिर आ वी उपर चला गया, डिवाइड से उपर चला जाएगा तो ए नीचे आ गया, सो ये साढ़े कोल फॉर्मूला बन गया। ठीक है जी। उस तो बाद साढ़े कोल हैगा शेयर मॉडुलस ऑफ रिजिडिटी। हुण ये तो आपां नूं पता है टेंजेंशियल स्ट्रैस अपॉन शेयर स्ट्रैस। हुण देखो जो टेंजेंशियल स्ट्रैस का फॉर्मूला तो फोर्स अपॉन एरिया ही रहेगा। जो शेयर स्ट्रेन है हुण आपां पढ़िया सी कि वह किहदे बराबर हुंदा है थीटा दे, किहड़ा थीटा, टैन थीटा। ठीक है, टैन थीटा दे इक्वल होएगा। सो देखो इन्होंने की लिखा शेयर स्ट्रेन उसकी वैल्यू दस दी कि डेल्टा एल अपॉन एल होएगी। क्यों, देखो उन्होंने की लिया कि मान के चलो ये साढ़े कोल चेंज आया ना, इनू उन्होंने डेल्टा एल मान लिया, इनू एल मान लिया, जिवें आपां एक्स अपॉन एच मन्निया सी, बस इत्थे जस्ट वो वैल्यू दसी, आपां ओनली थीटा भी लिख सकते हैं। देखो हुण जो शेयर मॉडुलस है उन्होंने आपां ईटा दे नाल रिप्रजेंट करते हैं। फॉर्मूला हो गया टेंजेंशियल स्ट्रैस अपॉन शेयर स्ट्रैस। देखो फॉर्मूला याद करना पएगा, अगे तो डेरीवेशन हैगी ही नहीं। टेंजेंशियल स्ट्रैस कोई भी है, फॉर्मूला हैगा फोर्स अपॉन एरिया। शेयर स्ट्रेन का की हुंदा है थीटा, सो ये कितना आ गया फोर्स अपॉन ए थीटा। ये साढ़े कोल जो मॉडुलस ऑफ रिजिडिटी है, शेयर मॉडुलस ऑफ रिजिडिटी, यदी वैल्यू आ गई। उस तो बाद एक लास्ट इंपॉर्टेंट टर्म है इसकी अपने चैप्टर की, दैट इज़ कंप्रैसिबिलिटी। देखो कंप्रैसिबिलिटी की हुंदा है द रेसिप्रोकल ऑफ बल्क मॉडुलस। बल्क मॉडुलस का उल्टा की है साढ़े कोल कंप्रैसिबिलिटी, तेनों आप 1/k दे नाल लिखते हैं। देखो बल्क मॉडुलस आप कहते हैं कि जो सॉलिड ने वो इनकंप्रैसिबल ने, मतलब उन्होंने आप दबा नहीं सकते नीचे। मान के चलो ये कोई बॉक्स है मेरे को, हार्ड बॉक्स है, मैं इतने फोर्स अप्लाई किया ये दब जाएगा, नहीं दबदा। बट अगर कोई रबड़ है ना, तो उन्होंने आप किया वो नीचे बैंड हो जाएगी। ठीक है, इस तरीके के नाल मतलब जिन्हों का बल्क मॉडुलस ज़्यादा है उन्हों का कंप्रैसिबिलिटी घट है, जिन्हों का बल्क मॉडुलस घट है उन्हों की कंप्रैसिबिलिटी ज़्यादा है, मतलब ये इनवर्सली प्रोपोर्शनल ने। तो विद दिस अब साडा चैप्टर कंप्लीट हो गया, दैट इज़ मकैनिकल प्रॉपर्टीज़ ऑफ फ्लूइड नो सॉलिड। हाँ जी, मकैनिकल प्रॉपर्टीज़ ऑफ सॉलिड। तो नैक्सट वीडियो दे विच असीं मकैनिकल प्रॉपर्टीज़ ऑफ फ्लूइड चैप्टर नूं करांगे। सो एक क्लास 11th का फिजिक्स का सी यूनिट 7 का चैप्टर। सो मिलते हैं नैक्सट वीडियो दे विच। टिल देन कीप लर्निंग एंड कीप सपोर्टिंग। बाय बाय, थैंक यू।